सो अज का जो टॉपिक है साडा दैट इज़ अबाउट सर्वर इंस्टॉलेशन एंड कन्फिगरेशन है। ਇਹਦੇ ਵਿੱਚ ਇਹਨੂੰ ਮੈਂ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਆ। ਫਸਟ ਪਾਰਟ ਵਿੱਚ ਅਸੀਂ ਇਕੱਲਾ ਗੱਲ ਕਰਾਂਗੇ ਸਰਵਰ ਇੰਸਟਾਲੇਸ਼ਨ ਦੀ ਕਿ ਸਰਵਰ ਇੰਸਟਾਲੇਸ਼ਨ ਹੁੰਦੀ ਕਿੱਦਾਂ ਆ। ਜਿਨ੍ਹਾਂ ਨੇ ਤਾਂ ਵਿੰਡੋਜ਼ ਇੰਸਟਾਲੇਸ਼ਨ ਕੀਤੀ ਹੈ ਕੰਪਲੀਟਲੀ, ਆਪਰੇਟਿੰਗ ਸਿਸਟਮ ਕੋਈ ਵੀ ਇੰਸਟਾਲ ਕੀਤਾ ਹੈ ਆਪਣੇ ਕੰਪਿਊਟਰ 'ਤੇ, ਉਹ ਈਜ਼ੀਲੀ ਸਮਝ ਆ ਜਾਊਗਾ ਉਹਨਾਂ ਨੂੰ। ਤਾਂ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਵਾਸਤੇ ਮੈਂ ਈਜ਼ੀ ਕਰਨ ਵਾਸਤੇ ਇਹਦੇ ਵਿੱਚ ਕੱਲੀ ਡਾਇਗਰਾਮ ਸਟੈਪ ਬਾय ਸਟੈਪ ਇੰਕਲੂਡ ਕੀਤੀ ਹੈ। ਸੋ ਸਰਵਰ ਇੰਸਟਾਲੇਸ਼ਨ ਦੇ ਅੰਦਰ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਆ ਕਿ ਸਾਡਾ ਸਰਵਰ ਕੀ ਹੈ। ਬੇਸਿਕਲੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਰਵਰ ਉਹ ਅਥਾਰਟੀ ਆ ਕਿਸੇ ਵੀ ਨੈਟਵਰਕ ਦੀ ਜਿਹੜਾ ਬਾਕੀ ਸਾਰੇ ਕਲਾਇੰਟਸ ਨੂੰ ਸਰਵਿਸਿਜ਼ ਦਿੰਦਾ ਆ। ਜਿਹੜਾ ਐਗਜ਼ਾਮ ਜਾਂ ਇੰਟਰਵਿਊ ਵਿੱਚ ਵੀ ਕੁਐਸਚਨ ਪੁੱਛਿਆ ਜਾਂਦਾ ਵਟ ਇਜ਼ ਅ ਸਰਵਰ, ਐਜ਼ ਸਿੰਪਲ ਐਜ਼ ਉਹਦਾ ਆਨਸਰ ਇਹੀ ਆ ਕਿ ਸਰਵਰ ਇਜ਼ ਅ ਅਥਾਰਟੀ। ਸਰਵਰ ਉਹ ਅਥਾਰਟੀ ਆ ਕਿਸੇ ਵੀ ਨੈਟਵਰਕ ਦੀ ਜਿਹੜਾ ਕਿ ਸਾਰੇ ਦੇ ਸਾਰੇ ਕਲਾਇੰਟਸ ਨੂੰ ਨੈਟਵਰਕ ਵਿੱਚ ਸਰਵਿਸਿਜ਼ ਦਿੰਦਾ ਆ। ਐਗਜ਼ਾਮਪਲ, ਜੇ ਕਿਸੇ ਨੇ ਇੰਟਰਨੈਟ ਤੱਕ ਸ਼ੇਅਰ ਕਰਨਾ ਹੈ ਨਾ, ਜਾਂ ਕੋਈ ਵੀ ਪ੍ਰਿੰਟਰ ਰਿਸੋਰਸਿਸ ਸ਼ੇਅਰ ਕਰਨੇ ਆ, ਕੋਈ ਵੀ ਕੰਮ ਪਰਫਾਰਮ ਕਰਨਾ ਆ, ਉਹ ਸਾਰੇ ਦੀ ਸਾਰੇ ਰਿਕੁਐਸਟ ਉਹਦੀ ਸਰਵਰ ਤੋਂ ਕੰਪਲੀਟ ਹੋਊਗੀ। ਸਰਵਰ ਹੀ ਉਹਨੂੰ ਅਥੈਂਟੀਕੇਟ ਕਰੂਗਾ ਕਿ ਵੈਲਿਡ ਯੂਜ਼ਰ ਹੈ ਜਾਂ ਨਹੀਂ ਹੈ, ਇਸ ਪਾਰਟਿਕੂਲਰ ਕਲਾਇੰਟ ਨੂੰ ਪਰਮਿਸ਼ਨ ਹੈ ਪ੍ਰਿੰਟਰ ਯੂਜ਼ ਕਰਨ ਦੀ ਸਰਵਰ ਨੈਟਵਰਕ ਦੇ ਵਿੱਚ ਕਿ ਨਹੀਂ ਹੈ। ਇਹ ਸਾਰੀ ਦੀ ਸਾਰੀ ਚੀਜ਼ਾਂ ਮੇਰਾ ਸਰਵਰ ਹੀ ਕੰਟਰੋਲ ਕਰਦਾ ਆ। ਪਹਿਲਾਂ ਅਸੀਂ ਟੌਪਿਕ ਕਵਰ ਕਰ ਚੁੱਕੇ ਹਾਂ, ਪ੍ਰੋਕਸੀ ਸਰਵਰ ਕੁਛ ਇੱਦਾਂ ਦਾ ਸੀਗਾ। ਸੋ ਪ੍ਰੋਕਸੀ ਸਰਵਰ ਵੀ ਅਸੀਂ ਇਹੀ ਕਿਹਾ ਸੀਗਾ ਕਿ ਇੱਕ ਇੰਟਰਮੀਡੀਏਟ ਸਰਵਰ ਯੂਜ਼ ਕਰ ਲੈਂਦੇ ਹਾਂ ਜਿਹੜਾ ਮੇਨ ਸਰਵਰ ਤੇ ਸਾਡੇ ਕਲਾਇੰਟਸ ਦੇ ਵਿੱਚ ਐਜ਼ ਕੋਆਰਡੀਨੇਟ ਕਰਦਾ ਆ ਤੇ ਰਿਕੁਐਸਟਸ ਨੂੰ ਆਪਣੇ ਲੈਵਲ ਤੇ ਹੀ ਜ਼ਿਆਦਾ ਤੋਂ ਜ਼ਿਆਦਾ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ। ਸੋ ਇਹ ਡਾਇਗਰਾਮੈਟਿਕਲੀ ਸ਼ੋ ਹੋ ਰਿਹਾ ਵੀ ਦੋ ਕਲਾਇੰਟਸ ਬੈਠੇ ਆ, ਇੱਕ ਮੇਨ ਸਰਵਰ ਆ ਜਿੱਥੋਂ ਸਰਵਿਸਿਜ਼ ਜੋ ਵੀ ਕਲਾਇੰਟ ਰਿਕੁਐਸਟ ਪਾਊਗਾ ਪਹਿਲਾਂ ਸਰਵਰ ਕੋਲ ਜਾਊਗੀ, ਸਰਵਰ ਉਹਨੂੰ ਚੈੱਕ ਕਰੂਗਾ ਤੇ ਉਹਦੇ ਅਕੋਰਡਿੰਗ ਹੀ ਕੋਈ ਐਕਸ਼ਨ ਪਰਫਾਰਮ ਕਰੂਗਾ ਕਲਾਇੰਟ ਵਾਸਤੇ। ਸੋ ਅਗਲਾ ਪਾਰਟ ਹੈਗਾ ਕਿ ਸਰਵਰ ਮੈਨੇਜ ਕਰ ਕੀ ਸਕਦਾ ਆ। ਸਰਵਰ ਦੀਆਂ ਮੇਨ ਰਿਸਪੌਂਸਿਬਿਲਿਟੀਜ਼ ਆਪਾਂ ਜੇ ਗੱਲ ਕਰੀਏ ਕੀ ਹੈਗੀਆਂ, ਬੇਸਿਕਲੀ ਇੱਥੇ ਮੈਂ ਸਿਰਫ 3 ਡਾਇਗਰਾਮਸ ਸ਼ੋ ਕੀਤੀਆਂ। ਸਰਵਰ ਦੀ ਮੇਨ ਰਿਸਪੌਂਸਿਬਿਲਿਟੀ ਜਿੰਨੇ ਵੀ ਵੈਬ ਸਰਵਰਸ ਨੇ ਆਲ ਓਵਰ ਵਰਲਡ, ਇੰਟਰਨੈਟ ਆਪਾਂ ਇੱਕ ਇਹੋ ਜਿਹਾ ਨੈਟਵਰਕ ਕਹਿ ਦਿੰਦੇ ਆ ਜਿਹਦੇ ਤੇ ਸਾਰੇ ਦੀ ਸਾਰੀ ਸਰਵਿਸਿਜ਼ ਕਿਸੇ ਨਾ ਕਿਸੇ ਲੋਕੇਸ਼ਨ ਤੋਂ ਕਿਸੇ ਹੋਰ ਲੋਕੇਸ਼ਨ ਤੇ ਬੈਠੇ ਹੋਏ ਕਲਾਇੰਟ ਤੱਕ ਪਹੁੰਚਦੀ ਆ। ਸੋ ਬੇਸਿਕ ਸਰਵਿਸਿਜ਼ ਆਹੀ ਆ ਜੀ। ਇੰਟਰਨੈਟ ਆਪਾਂ ਸਟਾਰਟ ਕਰਦੇ ਹਾਂ ਹੈ ਨਾ, ਇੰਟਰਨੈਟ ਨੂੰ ਨੈਟਵਰਕ ਦੇ ਵਿੱਚ ਸ਼ੇਅਰ ਕਰਨਾ ਆ। ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕੋਈ ਸਪੈਸੀਫਿਕ ਕਲਾਇੰਟ ਇੰਟਰਨੈਟ ਯੂਜ਼ ਨਹੀਂ ਕਰ ਸਕਦਾ। ਸੋ ਇਹ ਸਾਰੀ ਦੇ ਸਾਰੇ ਰੋਲ ਕੌਣ ਪਲੇ ਕਰਦਾ, ਮੇਰਾ ਸਰਵਰ ਵਿਦ ਇਨ ਅ ਸਿੰਗਲ ਨੈਟਵਰਕ। ਜੇ ਕੋਈ ਪਾਰਟਿਕੂਲਰ ਕਲਾਇੰਟ ਪ੍ਰਿੰਟਰ ਜਾਂ ਸਕੈਨਰ ਰਿਸੋਰਸਿਸ ਵਿੱਚ ਕੀ ਆ ਜਾਂਦੇ ਆ, ਪ੍ਰਿੰਟਰਸ ਆ ਜਾਂਦੇ ਆ, ਸਕੈਨਰਸ ਆ ਜਾਂਦੇ ਆ। ਕਿਸੇ ਵੀ ਪਾਰਟਿਕੂਲਰ ਡਰਾਈਵ ਦੇ ਵਿੱਚ ਕੋਈ ਡਾਟਾ ਪਿਆ ਕਿ ਯੂਜ਼ਰ ਨੂੰ ਅਥਾਰਟੀ ਹੈ ਕਿ ਉਹ ਡਾਟਾ ਯੂਜ਼ ਕਰ ਸਕਦਾ, ਯਾਨੀ ਕਿ ਡਰਾਈਵ ਨੂੰ ਯੂਜ਼ ਕਰ ਸਕਦਾ ਆ। ਉਸ ਡਰਾਈਵ ਦੇ ਅੰਦਰ ਜੇ ਉਹ ਐਂਟਰ ਹੋ ਵੀ ਜਾਂਦਾ, ਉਸ ਡਰਾਈਵ ਦੇ ਅੰਦਰ ਪਏ ਹੋਏ ਪਾਰਟਿਕੂਲਰ ਫਾਈਲ ਨੂੰ ਉਹ ਓਪਨ ਕਰਕੇ ਐਡਿਟ ਕਰ ਸਕਦਾ ਆ ਕਿ ਨਹੀਂ ਕਰ ਸਕਦਾ। ਠੀਕ ਹੈ, ਇਹ ਸਾਰੇ ਦੀ ਸਾਰੀ ਮੇਜਰ ਰਿਸਪੌਂਸਿਬਿਲਿਟੀਜ਼ ਆ ਜੋ ਇੱਕ ਸਰਵਰ ਕੰਟਰੋਲ ਕਰ ਸਕਦਾ ਹੈ। ਫਿਰ ਈਮੇਲ ਸਰਵਿਸਿਜ਼, ਵੈਬ ਸਰਵਿਸਿਜ਼ ਦੇ ਅੰਦਰ ਈਮੇਲ ਸਰਵਿਸਿਜ਼ ਵਾਲਾ ਕੰਸੈਪਟ ਵੀ ਸਾਰਾ ਦਾ ਸਾਰਾ ਕਵਰ ਆ ਵੀ ਪਾਰਟਿਕੂਲਰ ਕਲਾਇੰਟ ਨੂੰ ਆਇਡੈਂਟੀਫਾਈ ਕਰਨ ਵਾਸਤੇ ਹਰ ਯੂਜ਼ਰ ਦੇ ਜਿਹੜਾ ਈਮੇਲ ਐਡਰੈਸ ਹੈ ਉਹਨੂੰ ਅਸੀਂ ਦੋ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਫਸਟ ਹੁੰਦਾ ਆ ਉਹਦਾ ਨਾਮ ਯੂਜ਼ਰ ਦਾ, ABC, ਕੁਛ ਵੀ ਨਾਮ ਮੈਂ ਐਜ਼ ਐਗਜ਼ਾਮਪਲ ਲੈ ਰਿਹਾ, abc123@gmail.com। ਹੁਣ @ ਦਾ ਕੰਮ ਕੀ ਹੈ? @ ਕੰਮ ਕਰਦਾ ਐਜ਼ ਏ ਸੈਪਰੇਟਰ। ਕਿਹਨੂੰ ਸੈਪਰੇਟ ਕਰਦਾ? ਪਹਿਲਾਂ ਤਾਂ ਹੈਗਾ ਯੂਜ਼ਰ ਨੇਮ, ਜਿਹੜਾ ਮੈਂ ਕਿਹਾ abc123 ਉਹ ਯੂਜ਼ਰ ਨੇਮ ਆ। ਸੈਕਿੰਡ ਪਾਰਟ ਈਮੇਲ ਐਡਰੈਸ ਦਾ ਹੁੰਦਾ ਆ, ਈਮੇਲ ID ਦਾ ਹੁੰਦਾ ਆ ਸਰਵਰ ਨੇਮ ਜਾਂ ਡੋਮੇਨ ਨੇਮ, ਜਿਵੇਂ ਕਿ gmail.com ਆਪਾਂ ਪਿੱਛੇ ਲਾਉਂਦੇ ਹਾਂ, hotmail.com ਪਿੱਛੇ ਲਾਉਂਦੇ ਹਾਂ, yahoomail.com ਪਿੱਛੇ ਲਾਉਂਦੇ। ਇਹ ਪਾਰਟਿਕੂਲਰ ਸਰਵਰਸ ਦੇ ਨੇਮ ਨੇ। ਠੀਕ ਹੈ, ਸੋ ਯੂਜ਼ਰ ਨੂੰ ਆਇਡੈਂਟੀਫਾਈ ਕਰਨ ਵਾਸਤੇ ਕਿਹੜੇ ਪਾਰਟਿਕੂਲਰ ਵੈਬ ਸਰਵਰ ਨਾਲ ਰਿਲੇਟਿਡ ਆ, ਇਹ ਵੀ ਕੌਣ ਕੰਟਰੋਲ ਕਰਦਾ ਹੈ? ਸਾਡਾ ਸਰਵਰ ਹੀ ਕਿਤੇ ਨਾ ਕਿਤੇ ਕੰਟਰੋਲ ਕਰਦਾ ਇਸ ਚੀਜ਼ ਨੂੰ। ਸੋ ਦੀਜ਼ ਆਰ ਸਮ ਬੇਸਿਕ ਰਿਸਪੌਂਸਿਬਿਲਿਟੀ ਜੋ ਸਾਡਾ ਸਰਵਰ ਕੰਟਰੋਲ ਕਰਦਾ ਆ। ਆਫਟਰ ਦੈਟ ਹੁਣ ਆਪਾਂ ਬੇਸਿਕ ਰਿਕੁਆਇਰਮੈਂਟ ਦੀ ਗੱਲ ਜੇ ਕਰੀਏ ਕਿ ਮੇਰਾ ਡਿਵਾਈਸ ਜਿਹੜਾ ਹੈ ਜਿਹਨੂੰ ਮੈਂ ਸਰਵਰ ਬਣਾਉਣਾ ਚਾਹੁੰਦਾ ਹਾਂ ਉਹਦੀ ਬੇਸਿਕ ਹਾਰਡਵੇਅਰ ਕਨਫੀਗਰੇਸ਼ਨ ਕੀ ਹੈ, ਕੀ ਕੁਛ ਉਹਦੇ ਵਿੱਚ ਹੋਣਾ ਚਾਹੀਦਾ। ਜੇ ਮੈਂ ਇੱਕ ਫੁੱਲ ਫਲੈਜ ਬਹੁਤ ਵਧੀਆ ਸਰਵਰ ਬਣਾਉਣਾ ਚਾਹੁੰਦਾ ਜਿਹੜਾ ਮੇਰੇ ਮਲਟੀਪਲ ਕਲਾਇੰਟਸ ਨੂੰ ਈਜ਼ੀਲੀ ਕੰਟਰੋਲ ਕਰ ਸਕੇ, ਉਹਦੇ ਵਾਸਤੇ ਸਭ ਤੋਂ ਪਹਿਲੀ ਬੇਸਿਕ ਰਿਕੁਆਇਰਮੈਂਟ ਹੈਗੀ ਹੈ ਜੀ 1.4 GHz ਮਿਨੀਮਮ।
ਮਿਨੀਮਮ ਰਿਕੁਆਇਰਮੈਂਟ ਦੀ ਗੱਲ ਕਰ ਰਹੇ ਹਾਂ ਅਸੀਂ। ਮਿਨੀਮਮ 1.4 ਗੀਗਾਹਰਟਜ਼ ਦਾ ਮੇਰੇ ਕੋਲ ਪ੍ਰੋਸੈਸਰ ਹੋਣਾ ਚਾਹੀਦਾ। ਇਸ ਤੋਂ ਉੱਪਰ ਜਿੰਨੀ ਮਰਜ਼ੀ ਫਾਸਟ ਸਪੀਡ ਦਾ ਹੋ ਸਕਦਾ, ਸਿੰਗਲ ਕੋਰ ਜਾਂ ਡਬਲ ਕੋਰ ਆਪਾਂ ਲੈ ਕੇ ਚੱਲਦੇ ਹਾਂ। ਤੇ ਮਾਈਕਰੋਸਾਫਟ ਜਿਹੜਾ ਰਿਕਮੈਂਡ ਕਰਦਾ ਹੈ ਦੈਟ ਇਜ਼ 3.1 ਗੀਗਾਹਰਟਜ਼। ਜਿਹੜਾ ਮਾਈਕਰੋਸਾਫਟ ਰਿਕਮੈਂਡ ਕਰਦਾ ਹੈ ਪ੍ਰੋਸੈਸਰ, ਉਹ ਸਾਡਾ 3.1 ਗੀਗਾਹਰਟਜ਼ ਦਾ ਹੋਣਾ ਚਾਹੀਦਾ ਟੂ ਪ੍ਰੋਵਾਈਡ ਟੂ ਈਜ਼ਲੀ ਫੈਸਿਲਿਟੇਟ ਆਲ ਦਾ ਕਲਾਇੰਟਸ ਔਨ ਅ ਸਿੰਗਲ ਟਾਈਮ। ਇੱਕੋ ਵਾਰੀ ਤੇ ਮਲਟੀਪਲ ਕਲਾਇੰਟਸ ਦੀ ਰਿਕੁਐਸਟ ਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਨੂੰ ਸਰਵਿਸਿਜ਼ ਦੇਣ ਵਾਸਤੇ ਮਾਈਕਰੋਸਾਫਟ ਰਿਕਮੈਂਡ ਕਰਦਾ ਕਿ ਸਰਵਰ ਵਿੱਚ 3.1 ਗੀਗਾਹਰਟਜ਼ ਸਪੀਡ ਦਾ ਪ੍ਰੋਸੈਸਰ ਹੋਣਾ ਚਾਹੀਦਾ ਹੈ। ਦੂਸਰਾ ਮੇਨ ਮੈਮਰੀ, ਰੈਮ ਦੀ ਜੇ ਅਸੀਂ ਗੱਲ ਕਰਦੇ ਹਾਂ, ਰੈਮ ਮੈਮਰੀ ਇਹਦੇ ਵਿੱਚ ਘੱਟੋ ਘੱਟ ਮਿਨੀਮਮ ਰਿਕੁਆਇਰਮੈਂਟ ਹੈ ਕਿ 2 GB, ਬਟ ਮਾਈਕਰੋਸਾਫਟ ਕਹਿੰਦਾ ਕਿ ਜਿੰਨੀ ਮਾਈਕਰੋਸਾਫਟ ਇੱਥੇ ਰਿਕਮੈਂਡ ਕਰ ਰਿਹਾ 8 GB। ਆਪਾਂ ਜਿਹੜੀ ਹੁਣ ਵਿੰਡੋਜ਼ ਇੰਸਟਾਲੇਸ਼ਨ ਦੀ ਗੱਲ ਕਰਾਂਗੇ, ਉਹ ਸਪੈਸੀਫਿਕਲੀ ਵਿੰਡੋਜ਼ ਸਰਵਰ ਇੰਸਟਾਲੇਸ਼ਨ ਦੀ ਗੱਲ ਕਰਾਂਗਾ ਮੈਂ। ਮਾਈਕਰੋਸਾਫਟ ਦੇ ਪ੍ਰੋਡਕਟਸ ਹੋਣਗੇ ਸਰਵਰ ਦੇ, ਜਿਨ੍ਹਾਂ ਨੂੰ ਅਸੀਂ ਅੱਗੇ ਸਾਰੇ ਸਟੈਪਸ ਮੈਂ ਤੁਹਾਨੂੰ ਦੱਸਾਂਗਾ ਵੀ ਇੰਸਟਾਲ ਕਰਦੇ ਕਿੱਦਾਂ। ਮੈਂ ਮਾਈਕਰੋਸਾਫਟ ਸਰਵਰ ਦੀ ਗੱਲ ਕਰਾਂਗਾ। ਸੋ ਮਾਈਕਰੋਸਾਫਟ ਰਿਕਮੈਂਡ ਕਰਦਾ ਹੈ ਕਿ ਸਾਡੇ ਕੋਲ ਘੱਟੋ ਘੱਟ 8 GB ਦੀ ਮੈਮਰੀ ਹੋਣੀ ਚਾਹੀਦੀ ਹੈ। ਰੈਮ, ਮੈਂ ਇਹ ਕਲਾਸ ਵਿੱਚ ਵੀ ਕਹਿ ਚੁੱਕਿਆ ਕਿ ਜਿੰਨੀ ਜ਼ਿਆਦਾ ਸਾਡੇ ਕੋਲ ਰੈਮ ਹੋਊਗੀ, ਓਨਾ ਫਾਸਟ ਮੇਰਾ ਕੋਈ ਵੀ ਕੰਪਿਊਟਰ, ਨਾਰਮਲ ਕੰਪਿਊਟਰ ਨੂੰ ਵੀ ਆਪਾਂ ਲਾ ਲਈਏ, ਜਿੰਨੀ ਵੱਧ ਰੈਮ ਹੋਊਗੀ ਉਨਾ ਹੀ ਫਾਸਟ ਮੇਰਾ ਕੰਪਿਊਟਰ ਪ੍ਰੋਸੈਸਿੰਗ ਕਰੂਗਾ। ਬਿਕੋਜ਼ ਜਿੰਨੀ ਵੀ ਐਗਜ਼ੀਕਿਊਸ਼ਨਸ ਹੁੰਦੀਆਂ ਉਹ ਸਾਰੀਆਂ ਮੇਰੀਆਂ ਰੈਮ ਦੇ ਵਿੱਚ ਆ ਕੇ ਆਉਂਦੀਆਂ, ਰੈਮ ਦੇ ਵਿੱਚ ਆ ਕੇ ਹੀ ਹੁੰਦੀਆਂ। ਠੀਕ ਹੈ ਜੀ, ਇਹਨੂੰ ਅਸੀਂ ਮੇਨ ਮੈਮਰੀ ਕਹਿ ਦਿੰਦੇ ਹਾਂ। ਸਾਰਾ ਮੈਮਰੀ ਦਾ ਕੰਸੈਪਟ ਹੈ। ਉਸ ਤੋਂ ਬਾਅਦ ਆ ਜਾਂਦਾ ਹਾਰਡ ਡਿਸਕ, ਯਾਨੀ ਕਿ ਵਿਦਿਨ ਅ ਸਰਵਰ ਜਿਹਨੂੰ ਉਹ ਕੰਪਿਊਟਰ ਜਿਹਨੂੰ ਸਰਵਰ ਬਣਾ ਰਹੇ ਉਹਦੇ ਵਿੱਚ ਹਾਰਡ ਡਿਸਕ ਕਿੰਨੀ ਹੋਣੀ ਚਾਹੀਦੀ ਹੈ? ਰਿਕਮੈਂਡਡ 60 GB, ਬਟ ਆਪਾਂ ਇਹਨੂੰ ਲਾ ਕੇ ਚੱਲਦੇ ਕਿ ਮੇਰੇ ਪਰਟੀਕੂਲਰ ਕੰਪਿਊਟਰ ਵਿੱਚ 160 GB ਹਾਰਡ ਡਿਸਕ ਜੇ ਮੈਂ ਸਰਵਰ ਨੂੰ ਦੇ ਦਿੰਦਾ ਹਾਂ, ਦੈਟ ਇਜ਼ ਸਫੀਸ਼ੀਐਂਟ ਅਪ ਟੂ ਦਾ ਮਾਰਕ ਆ ਕਿ ਮੈਂ ਈਜ਼ਲੀ ਇਹਨੂੰ 160 GB ਜੇ ਮੈਂ ਮੈਮਰੀ ਹਾਰਡ ਡਿਸਕ ਵਿੱਚ ਸਪੇਸ ਪ੍ਰੋਵਾਈਡ ਕਰ ਦਿੰਦਾ ਆਪਣੇ ਸਰਵਰ ਇੰਸਟਾਲੇਸ਼ਨ ਵਾਸਤੇ, ਤਾਂ ਉਹ ਮੇਰੇ ਕੰਪਿਊਟਰਸ ਵਾਸਤੇ ਮੇਰੇ ਨੈਟਵਰਕ ਵਾਸਤੇ ਬੈਨੀਫਿਸ਼ੀਅਲ ਹੈ। ਠੀਕ ਹੈ ਜੀ। ਹੁਣ ਅਗਲਾ ਹੈਗਾ ਆ ਪਾਰਟ ਸਾਡਾ ਮਾਈਕਰੋਸਾਫਟ ਸਰਵਰਸ। ਇਹ ਮੈਂ ਪਹਿਲਾਂ ਵੀ ਤੁਹਾਨੂੰ ਕੁਐਸਚਨ ਦਿੱਤਾ ਸੀਗਾ ਕਿ ਸਰਵਰਸ ਦੇ ਨੇਮ ਆਇਡੈਂਟੀਫਾਈ ਕਰੋ, ਕਿਹੜੇ ਕਿਹੜੇ ਹੈਗੇ ਆ। ਸਰਵਰਸ ਦੇ ਨੇਮ ਆਇਡੈਂਟੀਫਾਈ ਕਰੋ ਕਿਹੜੇ ਕਿਹੜੇ ਹੈਗੇ ਆ। ਸਟਾਰਟਿੰਗ ਫਰੋਮ ਵਿੰਡੋਜ਼ ਸਰਵਰ 2000 ਵਿੱਚ ਪਹਿਲਾ ਸਰਵਰ ਆਇਆ ਸੀਗਾ, ਵਿੰਡੋਜ਼ ਸਰਵਰ 2000। ਠੀਕ ਹੈ, ਆਪਾਂ ਆਇਡੈਂਟੀਫਾਈ ਕਿੱਦਾਂ ਕਰਦੇ ਹਾਂ ਕਿ ਸਰਵਰ ਤੇ ਉਹ ਡਿਫਰੈਂਸ਼ੀਏਟ ਕਿੱਦਾਂ ਨੇ। ਆਪਾਂ ਕਿੱਦਾਂ ਡਿਫਰੈਂਸ਼ੀਏਟ ਕਰਦੇ ਕਿ ਮਾਈਕਰੋਸਾਫਟ ਦੀ ਵਿੰਡੋਜ਼ ਤੇ ਮਾਈਕਰੋਸਾਫਟ ਦੇ ਸਰਵਰ। ਜਦੋਂ ਵੀ ਅਸੀਂ ਸਰਵਰ ਦੀ ਗੱਲ ਕਰਦੇ ਹਾਂ, ਹਮੇਸ਼ਾ ਉਹਦੇ ਨਾਮ ਦੇ ਵਿੱਚ ਸਰਵਰ ਜ਼ਰੂਰ ਲਿਖਿਆ ਹੋਊਗਾ, ਹਮੇਸ਼ਾ ਉਹਦੇ ਨਾਮ ਵਿੱਚ ਸਰਵਰ ਜ਼ਰੂਰ ਲਿਖਿਆ ਹੋਊਗਾ। ਜਿਵੇਂ ਇੱਥੇ ਲਿਖਿਆ ਹੋਇਆ ਵਿੰਡੋਜ਼ ਸਰਵਰ 2003, ਵਿੰਡੋਜ਼ ਸਰਵਰ 2003 R2। R2 ਕੀ ਆ? ਕਿਸੇ ਵੀ ਚੀਜ਼ ਨੂੰ ਕਲਾਸ ਵਿੱਚ ਵੀ ਆਪਾਂ ਗੱਲ ਕੀਤੀ ਹੈ, ਨਵਾਂ ਵਰਜ਼ਨ ਜਦੋਂ ਇੰਸਟਾਲ ਕੀਤਾ ਜਾਂਦਾ, ਵਰਜ਼ਨਸ ਆਉਂਦੇ ਆ ਹਮੇਸ਼ਾ, ਵਰਜ਼ਨ 1 ਵਰਜ਼ਨ 2 ਇੱਦਾਂ ਇੱਕ ਸਾਲ ਦੇ ਵਿੱਚ 6 ਮਹੀਨੇ ਬਾਅਦ ਦੁਬਾਰਾ ਉਹਨੂੰ ਪ੍ਰੋਡਕਟ ਨੂੰ ਵਿਦ ਸੇਮ ਨੇਮ ਤੇ ਉਹਦੇ ਪਿੱਛੇ ਵਰਜ਼ਨ 2 ਜਾਂ ਇੱਦਾਂ ਲਗਾ ਕੇ ਅਸੀਂ ਮਾਰਕੀਟ ਵਿੱਚ ਰੀਲਾਂਚ ਕਰਦੇ ਹਾਂ। ਕਿਉਂ ਕਰਦੇ ਹਾਂ? ਬਿਕੋਜ਼ ਫਸਟ ਵਰਜ਼ਨ ਵਿੱਚ ਪਹਿਲਾਂ ਹੁੰਦਾ ਸਾਡਾ, ਆਪਾਂ ਡੈਮੋ ਵਰਜ਼ਨ ਵੀ ਉਹਨੂੰ ਕਹਿ ਸਕਦੇ ਹਾਂ, ਜਾਂ ਉਹਦੇ ਵਿੱਚ ਕੀ ਹੁੰਦਾ, ਅਸੀਂ ਆਪਣੇ ਕਲਾਇੰਟਸ ਤੋਂ ਫੀਡਬੈਕ ਵੀ ਲੈਣੀ ਹੁੰਦੀ ਹੈ। ਫੀਡਬੈਕ ਕੀ ਹੁੰਦਾ ਕਿ ਜਦੋਂ ਯੂਜ਼ਰ ਕਿਸੇ ਪਰਟੀਕੂਲਰ ਪ੍ਰੋਡਕਟ ਨੂੰ ਯੂਜ਼ ਕਰੂਗਾ, ਉਹਦੇ ਵਿੱਚ ਕੋਈ ਨਾ ਕੋਈ ਬਗ ਰਹਿ ਜਾਂਦਾ, ਜਿਹੜਾ ਮੇਰੇ ਜਦੋਂ ਮੈਂ ਕੋਡਿੰਗ ਕਰਦਾ ਹਾਂ, ਬਗ ਕੀ ਹੁੰਦੇ ਆ ਬੱਚਾ? ਐਰਰਸ, ਕੋਈ ਕਮੀ, ਕਿਸੇ ਵੀ ਪ੍ਰੋਡਕਟ ਵਿੱਚ ਕੋਈ ਕਮੀ ਰਹਿ ਜਾਂਦੀ ਹੈ, ਜਿਹੜੀ ਮੇਰੀ ਪ੍ਰੋਗਰਾਮਿੰਗ ਕਰਦੇ ਹੋਏ ਨੇਕਡ ਆਈਜ਼ ਵਿੱਚੋਂ ਨਹੀਂ ਗੁਜ਼ਰਦਾ। ਉਹ ਕੀ ਕਰਦਾ, ਕਲਾਇੰਟ ਜਦੋਂ ਕਿਸੇ ਐਪਲੀਕੇਸ਼ਨ ਨੂੰ ਯੂਜ਼ ਕਰਦਾ, ਉਹ ਜ਼ਿਆਦਾ ਬੈਟਰ ਤਰੀਕੇ ਨਾਲ ਉਹਨੂੰ ਯੂਜ਼ ਕਰਦਾ, ਪੂਰਾ ਅੰਦਰ ਤੱਕ ਜਾ ਕੇ ਉਸ ਪਰਟੀਕੂਲਰ ਐਪਲੀਕੇਸ਼ਨ ਨੂੰ ਯੂਜ਼ ਕਰਦਾ ਜਾਂ ਦੇਖਦਾ ਆ। ਉਸ ਤੋਂ ਬਾਅਦ ਜਾ ਕੇ ਹੀ ਯੂਜ਼ਰ ਆਪਣੀ ਫੀਡਬੈਕਸ ਦਿੰਦਾ, ਤੇ ਕੰਪਨੀਜ਼ ਉਹਨਾਂ ਫੀਡਬੈਕ ਦੇ ਬਿਹਾਫ ਤੇ ਵਿਦਨ ਹਾਫ ਆਫ ਟੈਨਿਓਰ, ਯਾਨੀ ਕਿ 6 ਮਹੀਨੇ ਬਾਅਦ ਦੁਬਾਰਾ ਉਸ ਪ੍ਰੋਡਕਟ ਨੂੰ ਰੀਲਾਂਚ ਕਰ ਦਿੰਦੀ ਹੈ, ਜਿਹਦੇ ਵਿੱਚ ਉਹ ਪ੍ਰੋਬਲਮਸ ਨੂੰ ਕਵਰ ਅਪ ਕੀਤਾ ਜਾ ਚੁੱਕਿਆ ਹੁੰਦਾ ਹੈ। ਸੋ ਵਿੰਡੋਜ਼ 2003 R2, ਫਿਰ ਸਰਵਰ 2008, ਦੈਨ ਉਹਦਾ ਵੀ R2, ਦੈਨ ਸਰਵਰ 2012
सो अज असी करंटली गल करांगे 2016 सर्वर की। नाउ जो मार्केट में अवेलेबल है दैट इज़ अ विंडो सर्वर 2019, मे बी ਇਹਦਾ अपडेट भी आ गया होवे। सो स्टिल जो मेरे को इन्फॉर्मेशन है ਉਹਦੇ ਵਿੱਚ विंडो सर्वर 2019 तक हैगे जी अवेलेबल। ये कुछ नाम ने ਜਿਹੜੇ ਸਾਨੂੰ पता होने चाहिए आ। सो उस तो बाद आ ਜਾਂਦਾ, उस तो बाद आ ਜਾਂਦਾ जी साडा इंस्टॉलेशन किद्दां करनी है। सब तो पहला तो साडे कोल किसी भी इंस्टॉलेशन वास्ते, सक्सैसफुल इंस्टॉलेशन वास्ते मेरे को एक किसी भी एप्लीकेशन के सॉफ्टवेयर की CD होनी चाहिए है, ठीक है, डिस्क होनी चाहिए है। बेसिकली DVDs विच कवर अप होंगे हैं। मेरे को मीडिया होना चाहिए है जिदे ऑलरेडी होगा, तो वो थ्रू ही मैं अपने कंप्यूटर में सर्वर को इंस्टॉल कराँगा। सो जे अपने को सॉफ्टवेयर नहीं हैगा, विंडो सर्वर का सॉफ्टवेयर नहीं हैगा, मेरे को मीडिया किट नहीं हैगी, डिस्क नहीं हैगी, सो मैं उन्होंने आ पर्टिकुलर एड्रैस दिता भी है microsoft.com का, ਉੱਥੋਂ ਅਸੀਂ ਇਹਨੂੰ ਡਾਊਨਲੋਡ ਵੀ ਕਰ ਸਕਦੇ ਹਾਂ। ਬਟ ਮਾਰਕੀਟ ਵਿੱਚੋਂ ਵੀ ਇਹਨੂੰ ਪਰਚੇਜ਼ ਕੀਤਾ ਜਾ ਸਕਦਾ ਵਿਦ ਪਾਰਟਿਕੂਲਰ ਲਾਇਸੈਂਸਡ ਕੀ। ਜੇ ਮਾਰਕੀਟ ਵਿੱਚੋਂ ਨਹੀਂ ਕਰਨਾ, ਆਪਾਂ ਡਾਇਰੈਕਟਲੀ ਉਹਨੂੰ ਆਨਲਾਈਨ ਡਾਊਨਲੋਡ ਕਰਕੇ ਤੇ ਉਹਨੂੰ ਇੰਸਟਾਲੇਸ਼ਨ ਸਟੈਪਸ ਉਹਦੇ ਪਰਫਾਰਮ ਕਰਕੇ ਇੰਸਟਾਲ ਸਕਸੈਸਫੁਲ ਇੰਸਟਾਲੇਸ਼ਨ ਕਰ ਸਕਦੇ ਹਾਂ। ਸੋ ਦੀਸ ਨਾਓ ਹੁਣ ਆਪਾਂ ਗੱਲ ਕਰਾਂਗੇ ਸਟੈਪਸ। ਬਿਗਨਿੰਗ ਕਰ ਰਹੇ ਹਾਂ ਜੀ ਅਸੀਂ ਇੰਸਟਾਲੇਸ਼ਨ ਦੀ। ਅਸੀਂ ਕੀ ਕਰਾਂਗੇ, ਜੋ ਮੀਡੀਆ ਕਿਟ ਹੋਊਗਾ ਉਹਦੇ ਵਿੱਚੋਂ DVD ਆਪਣੀ CPU 'ਚ CPU 'ਚ इंसर्ट करांगे। दैन जिद्दां ही इंसर्ट करांगे अपना बूटिंग डिवाइस सैट करांगे। जो असीं अपने कंप्यूटर को रीस्टार्ट करांगे, आप इंस्टॉलेशन शुरू होगी तो फस्ट जो डायग्राम तुहाडे सामने हैगी है विंडोज सर्वर 2016, विंडोज का सैटअप शुरू हो जाऊगा। ग्राफिकली है सारा कुछ, ग्राफिकली इन द सेंस लैंग्वेज जिदा लिखा है, लैंग्वेज टू इंस्टॉल, टाइम एंड करेंसी फॉर्मेट, सारा कुछ ਅਸੀਂ ਈਜ਼ੀਲੀ पढ़ के सैट कर सकते। तो मैं इतने ग्राफिकल टर्म यूज़ कर रहा, ठीक है जी। किसी भी तरह की यूज़र ने कमांड्स नहीं देनिया, डायरैक्टली पढ़ के अपने नीड के अकॉर्डिंग इन्होंने ड्रॉप डाउनस विचों वो लैंग्वेज वगैरह, अपनी स्टेट वगैरह सारा कुछ असीं सैट कर लेंगे, कीबोर्ड किहड़ा यूज़ करना। सो इट्स अ फस्ट पेज जो इंस्टॉलेशन विजार्ड मेरे सामने आता है, तो आह कुछ असीं उहदे विच सारी सैटिंग्स करते हैं कि लैंग्वेज किहड़ी होगी, टाइम किहड़ा होगा, दैन कीबोर्ड किहड़ा यूज़ करना चाहुंदे हैं। सो ये सारा कुछ सैट करन तो बाद ड्रॉप डाउनस विचों असीं नैक्सट बटन प्रेस करांगे। जो नैक्सट ते आवांगे, अगला स्टैप जो इंस्टॉलेशन विजार्ड का हैगा आ कुछ इदां दा आऊगा, तो असीं कन्फर्म करांगे यस असीं रिपेयर करना है अपने कंप्यूटर को कि फ्रैश इंस्टॉलेशन करनी है, ठीक है। आ दो ऑप्शन होणगियां। जे रिपेयर ते क्लिक करांगे, रिपेयर के स्टैप्स फॉलो अप होणगे। सो आपां की करना, उहनूं फ्रैश इंस्टॉलेशन करनी है तो इंस्टॉल नाउ ते जावांगे। आफ्टर दैट असीं उत्थे डिफाइन करते हैं अगली जो विंडो साडे कोल आंदी आ कि सिलेक्ट द एप्रोप्रीएट वर्जन ऑफ द विंडोज सर्वर, जिहड़ा तुहाडी अपने हार्डवेयर के अकॉर्डिंग इन्हां ये लिस्ट वाली विजार्ड थर्ड स्टैप होगा साडे कोल इंस्टॉलेशन विजार्ड विचों कि किहड़ा सर्वर तुसीं इंस्टॉल करना चाहुंदे हो अकॉर्डिंग टू आर्कीटैक्चर ऑफ मेरा जो मदरबोर्ड प्रोसैसर जो हार्डवेयर कन्फिगरेशन मेरे कंप्यूटर की है ਉਹਦੇ अकॉर्डिंग मैं इस लिस्ट विचों ऑपरेटिंग सिस्टम सिलेक्ट करांगा, सर्वर सिलेक्ट करांगा, दैन नैक्सट ते क्लिक करांगा। जो असीं अगे नैक्सट ते क्लिक करांगे, साडे कोल आह एक इंपॉर्टेंट नोटिस टाइप नोटिस आऊगा, फोर्थ स्टैप ऑफ इंस्टॉलेशन विजार्ड। ये बेसिकली की है, इट इज़ अ लाइसेंस एग्रीमेंट। किसी भी सॉफ्टवेयर वास्ते हमेशा एक एग्रीमेंट आता है। असीं मोबाइल्स विच भी फटाफट या कंप्यूटर विच भी फटाफट ओके ओके कर दिंदे आ, कदी असीं ये पढ़िया नहीं है लाइसेंस। ये लाइसेंस एक बार गो थ्रू जरूर होना चाहिए आ। सो इनू असीं की करांगे, आई असैप्ट द लाइसेंस, असीं इनू असैप्ट करांगे, चैक करांगे, दैन नैक्सट ते क्लिक करांगे। जिद्दां ही नैक्सट ते क्लिक करांगे, साडे कोल फिफ्थ विंडो सामने आऊगी इंस्टॉलेशन विजार्ड की, जिहदे विच साडे कोल ऑप्शनस होणगियां जी अपग्रेड करना है, अपग्रेड करना जे मेरे कंप्यूटर विच ऑलरेडी इंस्टॉल्ड हैगा आ सर्वर, ठीक है जी। तां असीं ओनू नवा ऑपरेटिंग सिस्टम जे इंस्टॉल करना चाहते हैं, असीं डायरैक्टली अपग्रेड इंस्टॉलेशन ते जा सकते हैं। प्लस जे मेरे ऑपरेटिंग विंडोज सर्वर इंस्टॉल्ड है 2013 तो मैं इंस्टॉल करना चाहता हूँ 2016, सो वो भी असीं ईजिली अपग्रेड कर सकते हैं आफ्टर दैट। बट आपां असीं अजे फ्रैश इंस्टॉलेशन करनी है, सो आपां चूज करांगे इहदे विचों कस्टम इंस्टॉलेशन ऑप्शन। कस्टम इंस्टॉलेशन ऑप्शन चूज करांगे। कस्टम इंस्टॉलेशन के नाल की होगा,
ਜਦੋਂ ਕਸਟਮ ਇੰਸਟਾਲੇਸ਼ਨ ਤੇ ਕਲਿੱਕ ਕਰਾਂਗੇ ਸਾਡੇ ਕੋਲ ਆ 6 ਸਟੈਪ ਵਿੱਚ ਅਸੀਂ ਐਂਟਰ ਹੋ ਜਾਾਂਗੇ, ਜਿਹਦੇ ਵਿੱਚ ਅਸੀਂ ਡਿਫਾਈਨ ਕਰਨਾ ਆ ਕਿ ਕਿਹੜੀ ਡਰਾਈਵ ਦੇ ਵਿੱਚ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ। ਡਰਾਈਵਸ ਕੀ ਹੁੰਦੀਆਂ, ਜਿਵੇਂ ਅਸੀਂ ਮਾਈ ਕੰਪਿਊਟਰ ਓਪਨ ਕਰਦੇ ਹਾਂ, ਸਾਡੇ ਮਾਈ ਕੰਪਿਊਟਰ ਦੀ ਡਰਾਈਵਸ ਹੁੰਦੀਆਂ CDEF, ਹੈ ਨਾ, ਮਲਟੀਪਲ ਡਰਾਈਵਸ ਬਣੀਆਂ ਹੁੰਦੀਆਂ। ਸੋ ਆਪਾਂ ਉਹਦੇ ਵਿੱਚੋਂ ਸਿਲੈਕਟ ਕਰਨਾ ਹੈ ਕਿ ਕਿਹੜੀ ਪਰਟੀਕੂਲਰ ਡਰਾਈਵ ਵਿੱਚ ਇੰਸਟਾਲ ਕਰਨਾ ਚਾਹੁੰਦੇ ਹਾਂ। ਬੇਸਿਕਲੀ ਅਸੀਂ C 'ਚ ਹੀ ਕਰਦੇ ਹਾਂ। ਮੇਰਾ ਫਰੈਸ਼ ਕੰਪਿਊਟਰ ਆ ਹਜੇ, ਤੇ ਉਹਦੇ ਵਿੱਚ ਪਾਰਟੀਸ਼ਨਸ ਨਹੀਂ ਹੋਈਆਂ, ਸੋ ਮੈਂ ਪਾਰਟੀਸ਼ਨਸ ਵੀ ਪਰਫਾਰਮ ਕਰਾਂਗਾ। ਪਾਰਟੀਸ਼ਨਸ ਵਾਲਾ ਟੌਪਿਕ ਅਸੀਂ ਅਲੱਗ ਡਿਸਕਸ ਕਰ ਲਾਂਗੇ। ਸੋ ਇਹਦੇ ਵਿੱਚ ਆ ਕੇ ਅਸੀਂ ਇਹਦੇ ਵਿੱਚ ਸਿਲੈਕਟ ਕਰਾਂਗੇ ਦਿਸ ਵਨ, ਫਸਟ ਡਰਾਈਵ, ਅਨਅਲੋਕੇਟਿਡ ਸਪੇਸ ਉਹਦੀ ਸਾਰੀ ਦੀ ਸਾਰੀ ਹਜੇ ਅਨਅਲੋਕੇਟਿਡ ਆ। ਅਸੀਂ ਨਿਊ ਤੇ ਆਵਾਂਗੇ, ਜਦੋਂ ਨਿਊ ਤੇ ਕਲਿੱਕ ਕਰਾਂਗੇ ਸਾਡੇ ਕੋਲ ਆਹ ਵਿੰਡੋ ਖੁੱਲੂਗੀ ਕਿ ਇਸ 60 GB ਵਿੱਚੋਂ ਤੁਸੀਂ ਕਿੰਨੀ ਸਪੇਸ ਐਲੋਕੇਟ ਕਰਨਾ ਚਾਹੁੰਦੇ ਹੋ। ਠੀਕ ਹੈ ਜੀ, ਇਸ 60 GB ਵਿੱਚੋਂ ਕਿੰਨੀ ਸਪੇਸ ਤੁਸੀਂ ਵਿੰਡੋਜ਼ ਦੀ ਇੰਸਟਾਲੇਸ਼ਨ ਵਾਸਤੇ ਕਿਸੇ ਡਰਾਈਵ ਨੂੰ ਐਲੋਕੇਟ ਕਰਨਾ ਚਾਹੁੰਦੇ ਹੋ। ਇਹ ਦੋਨੋਂ ਸਟੈਪਸ ਨਿਊ ਤੇ ਆਹ ਵਾਲੀ ਵਿੰਡੋ ਜਿਹੜੀ ਮੇਰੇ ਸਾਹਮਣੇ ਆ ਰਹੀ ਹੈ ਪਾਰਟੀਸ਼ਨ ਵਾਲਾ ਸਟੈਪ ਅਸੀਂ ਇੱਕ ਹੋਰ ਲੈਕਚਰ ਵਿੱਚ ਡਿਸਕਸ ਕਰ ਲਾਂਗੇ, ਪਾਰਟੀਸ਼ਨਸ ਕੀ ਹੁੰਦੀਆਂ, ਕਿੱਦਾਂ ਕਰਦੇ ਆ। ਸੋ ਨੈਕਸਟ ਨਿਊ ਤੇ ਜਾ ਕੇ ਅਸੀਂ ਐਲੋਕੇਟ ਕਰਾਂਗੇ ਜੀ ਸਪੇਸ ਕਿੰਨੀ ਯੂਜ਼ ਕਰਨੀ ਹੈ। ਅਸੀਂ ਐਲੋਕੇਟ ਕਰਤਾ ਉਹਨੂੰ ਹਾਫ, ਯਾਨੀ ਕਿ 30720 MB। ਇਹ MB ਨੂੰ ਕਨਵਰਟ ਕਰਦੇ ਹਾਂ ਅਸੀਂ GB ਦੇ ਵਿੱਚ। ਅਸੀਂ ਈਜ਼ਲੀ ਸਮਝ ਰਹੇ ਹਾਂ GB 60 GB ਵਿੱਚੋਂ ਮੈਂ 30 GB ਉਹਨੂੰ ਕਨਵਰਟ ਸਪੇਸ ਐਲੋਕੇਟ ਕਰਤੀ, ਅਪਲਾਈ ਕਰਤਾ। ਅਪਲਾਈ ਕਰਨ ਤੋਂ ਬਾਅਦ ਅਸੀਂ ਨੈਕਸਟ ਤੇ ਕਲਿੱਕ ਕਰਾਂਗੇ ਜੀ। ਜਦੋਂ ਸਪੇਸ ਐਲੋਕੇਟ ਕਰਤੀ, ਦੈਨ ਜਦੋਂ ਨੈਕਸਟ ਤੇ ਜਾਵਾਂਗੇ ਫਿਰ ਸਾਡੇ ਕੋਲ ਆਊਗਾ ਆਹ ਵਿਜ਼ਾਰਡ, ਜਿਹੜਾ ਇੰਸਟਾਲੇਸ਼ਨ ਦੇ ਸਟੈਪਸ ਨੂੰ ਸ਼ੁਰੂ ਕਰੂਗਾ। ਸੋ ਇਸ ਆਹ ਜਿਹੜੇ ਸਟੈਪਸ ਪਰਫਾਰਮ ਹੋਣਗੇ, ਕਾਪੀ ਵਿੰਡੋ ਫਾਈਲਸ, ਗੈਟਿੰਗ ਫਾਈਲਸ ਰੈਡੀ ਫॉर ਇੰਸਟਾਲੇਸ਼ਨ, ਹਰ ਸਟੈਪ ਦੇ ਅੱਗੇ ਇੱਥੇ ਰਾਈਟ ਕਲਿੱਕ ਗ੍ਰੀਨ ਕਲਰ ਦਾ ਰਾਈਟ ਆਟੋਮੈਟਿਕਲੀ ਆ ਰਿਹਾ। ਸੋ ਜਦੋਂ ਇਹ ਸਟੈਪਸ ਪਰਫਾਰਮ ਹੋਣਗੇ 8th ਸਟੈਪ ਦੇ ਅੰਦਰ, ਡਿਊਰਿੰਗ ਇੰਸਟਾਲੇਸ਼ਨ ਸਾਡਾ ਕੰਪਿਊਟਰ ਮਲਟੀਪਲ ਟਾਈਮ ਰੀਸਟਾਰਟ ਹੋਊਗਾ। ਠੀਕ ਹੈ ਜੀ, ਉਹਨੂੰ ਅਸੀਂ ਕੁਝ ਨਹੀਂ ਕਰਨਾ, ਮਲਟੀਪਲ ਟਾਈਮ ਰੀਸਟਾਰਟ ਹੋਊਗਾ। ਜਦੋਂ ਰੀਸਟਾਰਟ ਹੋ ਕੇ ਦੁਬਾਰਾ ਉਹ ਆਪਣਾ ਪ੍ਰੋਸੈਸ ਸ਼ੁਰੂ ਕਰੂਗਾ, ਡਾਇਰੈਕਟਲੀ ਉਹ ਇਸੇ ਵਿੰਡੋ ਤੋਂ ਕਰੂਗਾ। ਐ ਨਹੀਂ ਹੋਊਗਾ ਕਿ ਜੋ ਪੁਰਾਣਾ ਸਟੈਪ ਸੀਗੇ ਉਹ ਸਾਰੇ ਮੈਨੂੰ ਰੀਪਰਫਾਰਮ ਕਰਨੇ ਪੈਣੇ, ਨਹੀਂ, ਉਹ ਆਟੋਮੈਟਿਕਲੀ ਜਿੱਥੇ ਛੱਡਿਆ ਸੀਗਾ ਉੱਥੋਂ ਹੀ ਸ਼ੁਰੂ ਕਰੂਗਾ। ਸੋ ਜਦੋਂ ਸਾਡੇ ਚਾਰੇ ਦੇ ਚਾਰੇ ਸਟੈਪਸ ਕੰਪਲੀਟ ਹੋ ਗਏ, ਲਾਸਟ ਸਟੈਪ ਆਉਂਦਾ ਫਿਨਿਸ਼ ਅਪ ਦੇ ਜਦੋਂ ਫਿਨਿਸ਼ ਅਪ ਹੋ ਜਾਊਗਾ, ਉਸ ਤੋਂ ਬਾਅਦ ਉਹ ਸਾਨੂੰ ਕਹਿੰਦਾ ਹੈ ਕਿ ਨਾਓ ਯੂਅਰ ਇੰਸਟਾਲੇਸ਼ਨ ਇਜ਼ ਕੰਪਲੀਟਿਡ, ਤੁਹਾਡੀ ਕੰਪਿਊਟਰ ਦੀ ਸਰਵਰ ਦੀ ਇੰਸਟਾਲੇਸ਼ਨ ਕੰਪਲੀਟ ਹੋ ਗਈ ਹੈ। ਇੱਥੇ ਤੁਸੀਂ ਆਪਣਾ ਯੂਜ਼ਰ ਨੇਮ ਬਾਈ ਡਿਫਾਲਟ ਜੋ ਹੋਊਗਾ ਹਮੇਸ਼ਾ ਐਡਮਿਨਿਸਟ੍ਰੇਟਰ ਨਾਮ ਕਿਉਂ ਯੂਜ਼ ਕੀਤਾ ਜਾਂਦਾ, ਬਿਕੋਜ਼ ਐਡਮਿਨਿਸਟ੍ਰੇਟਰ ਇੱਕ ਆਪਾਂ ਅਥਾਰਟੀ ਦੀ ਗੱਲ ਕਰ ਲੈਂਦੇ ਹਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ। ਹਾਇਰ ਅਥਾਰਟੀ ਜੋ ਹੁੰਦੀ ਹੈ ਦੈਟ ਇਜ਼ ਐਡਮਿਨਿਸਟ੍ਰੇਟਰ ਹੁੰਦੀ ਹੈ, ਉਹ ਜੋ ਸਾਰੇ ਦੇ ਸਾਰੇ ਆਪਣੇ ਕੋ ਵਰਕਰਸ ਨੂੰ ਕੰਟਰੋਲ ਕਰਦੀ ਹੈ। ਸੋ ਇਹਦੇ ਵਿੱਚ ਵੀ ਅਸੀਂ ਆਪਣੇ ਸਰਵਰ ਦਾ ਨਾਮ ਬਾਈ ਡਿਫਾਲਟ ਐਡਮਿਨਿਸਟ੍ਰੇਟਰ ਹੀ ਹੁੰਦਾ ਹੈ, ਉਹਨੂੰ ਚੇਂਜ ਵੀ ਕਰ ਸਕਦੇ ਹਾਂ, ਬਟ ਬੈਨੀਫੀਸ਼ੀਅਲ ਇਹੀ ਹੈ ਜਿਹਨੂੰ ਐਡਮਿਨਿਸਟ੍ਰੇਟਰ ਹੀ ਰਹਿੰਦੀ ਹੈ। ਆਪਣੇ ਸਰਵਰ ਦਾ ਅਸੀਂ ਪਾਸਵਰਡ ਰੱਖਾਂਗੇ ਜੀ ਨਵਾਂ, ਕੰਡੀਸ਼ਨ ਦੋਨੋਂ ਮੈਚ ਹੋਣੀਆਂ ਚਾਹੀਦੀਆਂ, ਹੈ ਨਾ। ਆਈ ਤੋਂ ਅਸੀਂ ਦੇਖ ਵੀ ਸਕਦੇ ਕੀ ਟਾਈਪ ਕੀਤਾ ਕੀ ਨਹੀਂ ਕੀਤਾ। ਇਹਨੂੰ ਅਸੀਂ ਕਰ ਦਾਂਗੇ ਜੀ ਫਿਨਿਸ਼ ਜਦੋਂ ਕਰ ਦਾਂਗੇ, ਆਫਟਰ ਦੈਟ ਸਾਡੇ ਕੋਲ ਮੇਰਾ ਡੈਸਕਟਾਪ ਮੇਰੇ ਸਾਹਮਣੇ ਆ ਜਾਊਗਾ। ਇੰਸਟਾਲ ਹੋਣ ਯੂਜ਼ਰ ਨੇਮ ਪਾਸਵਰਡ ਰੱਖਣ ਤੋਂ ਬਾਅਦ ਰੀਸਟਾਰਟ ਹੋਊਗਾ ਮੇਰਾ ਕੰਪਿਊਟਰ। ਜਦੋਂ ਅਸੀਂ ਆਪਣੇ ਕੰਪਿਊਟਰ ਨੂੰ ਸਟਾਰਟ ਕਰਾਂਗੇ, ਡੈਸਕਟਾਪ ਮੇਰੇ ਸਾਹਮਣੇ ਆ ਜਾਊਗਾ ਇੱਦਾਂ ਦਾ ਕੁਝ, ਜਿੱਥੇ ਲਿਖਿਆ ਹੋਊਗਾ ਪ੍ਰੈਸ ਕੰਟਰੋਲ ਪਲੱਸ ਆਲਟ ਪਲੱਸ ਡਿਲੀਟ ਟੂ ਅਨਲੌਕ। ਇਹ ਤਿੰਨੋਂ ਕੀਜ਼, ਕੰਟਰੋਲ ਪਲੱਸ ਆਲਟ ਪਲੱਸ ਡਿਲੀਟ, ਤਿੰਨੋਂ ਕੀਜ਼ ਅਸੀਂ ਇਕੱਠੀਆਂ ਪ੍ਰੈਸ ਕਰਾਂਗੇ ਜਾਂ ਆਪਣੇ ਕੰਪਿਊਟਰ ਤੋਂ ਐਂਟਰ ਵੀ ਪ੍ਰੈਸ ਕਰਾਂਗੇ। ਦੈਨ ਸਾਡੇ ਕੋਲ ਸਾਈਨ ਇਨ ਵਿੰਡੋ ਜਿਹੜੀ ਆਹ ਹੈ, ਸਾਨੂੰ ਕਹੂਗਾ ਕਿ ਆਪਣਾ ਯੂਜ਼ਰ ਨੇਮ ਪਾਸਵਰਡ ਐਂਟਰ ਕਰੋ। ਅਸੀਂ ਯੂਜ਼ਰ ਨੇਮ ਪਾਸਵਰਡ ਐਂਟਰ ਕਰਾਂਗੇ। ਸੋ ਸਾਡੇ ਕੋਲ ਡੈਸਕਟਾਪ ਮੇਰੇ ਸਾਹਮਣੇ ਆ ਜਾਊਗਾ ਮੇਰੇ ਸਰਵਰ ਦਾ। ਠੀਕ ਹੈ ਜੀ, ਹੁਣ ਮੇਰਾ ਆਪਰੇਟਿੰਗ ਜਿਹੜਾ ਸਰਵਰ ਹੈ ਉਹ ਪੂਰੀ ਤਰ੍ਹਾਂ ਇੰਸਟਾਲ ਹੋ ਚੁੱਕਿਆ। ਇਹ ਸਿਰਫ ਅਸੀਂ ਇੱਕ ਸਟੇਜ ਕੰਪਲੀਟ ਕੀਤੀ ਹੈ, ਫਸਟ ਸਟੇਜ ਵਿੱਚ ਕੀ ਹੈ, ਸਰਵਰ ਇੰਸਟਾਲ ਕਰਨਾ। ਬਟ ਸਰਵਰ ਨੂੰ ਵੀ ਅਥਾਰਟੀਜ਼ ਡਿਫਾਈਨ ਕਰਨੀਆਂ ਪੈਂਦੀਆਂ ਸਾਨੂੰ, ਵੀ ਸਰਵਰ ਇੱਕ ਨਾਰਮਲ ਆਪਰੇਟਿੰਗ ਸਿਸਟਮ ਅਸੀਂ ਇੰਸਟਾਲ ਕਰ ਲਿਆ, ਉਹ ਆਪਰੇਟਿੰਗ ਸਿਸਟਮ ਕੰਮ ਕੀ ਕਰ ਸਕਦਾ ਹੈ, ਉਸ ਪਾਰਟ ਨੂੰ ਅਸੀਂ ਕਹਿੰਦੇ ਕਨਫੀਗਰੇਸ਼ਨ। ਉਹ ਮੈਂ ਅੱਗੇ ਪਾਰਟ ਵਿੱਚ ਡਿਸਕਸ ਕਰਾਂਗਾ, ਹਜੇ ਮੈਂ ਗੱਲ ਵੀ ਕਰਦਾ ਉਹਦੇ ਬਾਰੇ ਕੁਝ ਥੋੜੀ ਜੀ। ਸੋ ਇਹ ਵਿੰਡੋ ਮੇਰੇ ਸਾਹਮਣੇ ਆ ਜੂਗੀ। ਇਸ ਵਿੰਡੋ ਵਿੱਚ ਕੀ ਹੋਊਗਾ, ਸਟਾਰਟ ਬਟਨ ਆ ਬਾਟਮ ਵਿੱਚ, ਇੱਥੇ ਕਲਿੱਕ ਕਰਾਂਗੇ। ਸੋ ਸਾਨੂੰ ਸ਼ੋ ਹੋ ਜਾਊਗਾ ਕਿ ਮੇਰਾ ਸਰਵਰ ਇੰਸਟਾਲ ਹੋ ਚੁੱਕਿਆ। ਇੱਥੇ ਉੱਪਰ ਵਿੰਡੋ ਸਰਵਰ ਲਿਖਿਆ ਵੀ ਆ ਰਿਹਾ। ਜੇ ਕੋਈ ਕਲਾਇੰਟ ਵਿੰਡੋ ਹੁੰਦੀ, ਉਸ ਕਲਾਇੰਟ ਵਿੰਡੋ ਦਾ ਨਾਮ ਇੱਥੇ ਆ ਰਿਹਾ ਹੁੰਦਾ, ਵਿੰਡੋਜ਼ XP, ਵਿੰਡੋਜ਼ 9, ਵਿੰਡੋਜ਼
XPSP2 ਵਿੰਡੋਜ਼ 8 10 ਐਦਾਂ ਵਿੰਡੋਜ਼ ਦੇ ਨਾਮ ਲਿਖੇ ਜਾਂਦੇ ਇੱਥੇ ਬਾਈ ਡਿਫਾਲਟ ਲਿਖਿਆ ਰਿਹਾ ਵਿੰਡੋਜ਼ ਸਰਵਰ ਸੋ ਸਾਡਾ ਇਹ ਇੰਸਟਾਲ ਹੋ ਚੁੱਕਿਆ ਆਪਾਂ ਸਰਵਰ ਇੰਸਟਾਲ ਸਿਰਫ ਸਰਵਰ ਇੰਸਟਾਲ ਕੀਤਾ ਹੈ ਮੈਂ ਦੁਬਾਰਾ ਫਿਰ ਇੱਥੇ ਐਮਫੇਸਾਈਜ਼ ਕਰ ਰਿਹਾ ਇਹ ਸਾਰੇ ਸਟੈਪ ਸੀਗੇ ਸਰਵਰ ਇੰਸਟਾਲੇਸ਼ਨ ਦੇ ਬਟ ਸਰਵਰ ਕੰਮ ਕੀ ਕਰ ਸਕਦਾ ਹਜੇ ਅਸੀਂ ਉਹਨੂੰ ਕੁਝ ਨਹੀਂ ਦੱਸਿਆ ਠੀਕ ਹੈ ਉਹ ਯਾਨੀ ਕਿ ਅਸੀਂ ਆਪਣੇ ਸਰਵਰ ਨੂੰ ਹਜੇ ਕਨਫੀਗਰ ਨਹੀਂ ਕੀਤਾ ਵੀ ਉਹ ਕੰਮ ਕੀ ਕਰ ਸਕਦਾ ਹੈ ਠੀਕ ਹੈ ਜੀ ਇੱਕ ਵਾਰੀ ਜੇ ਅਸੀਂ ਸਰਵਰ ਇੰਸਟਾਲ ਕਰ ਲਿਆ 2016 ਇੰਸਟਾਲ ਕਰ ਲਿਆ ਆਪਣੇ ਕੰਪਿਊਟਰ ਤੇ ਅਸੀਂ ਇਹਨੂੰ ਡਾਊਨਗ੍ਰੇਡ ਵੀ ਨਹੀਂ ਕਰ ਸਕਦੇ ਯਾਨੀ ਕਿ 2016 ਇੰਸਟਾਲ ਕਰਨ ਤੋਂ ਬਾਅਦ ਜੇ ਮੈਂ ਜਾਵਾਂ 2012 ਨੂੰ ਇੰਸਟਾਲ ਕਰਾਂ ਅਸੀਂ ਨਹੀਂ ਕਰ ਸਕਦੇ ਜੀ ਉਹ ਵੀ ਕਾਂਟ ਗੋ ਬੈਕ ਆਪਾਂ ਨਹੀਂ ਜਾ ਸਕਦੇ ਠੀਕ ਜੇ ਅਸੀਂ ਕਰਨਾ ਵੀ ਚਾਹੁੰਦੇ ਹਾਂ ਜੇ ਅਸੀਂ ਦੁਬਾਰਾ 2012 ਇੰਸਟਾਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਪਊਗਾ ਸਾਰੇ ਦੇ ਸਾਰੇ ਸਟੈਪਸ ਕਲੀਨ ਇੰਸਟਾਲੇਸ਼ਨ ਕਰਨੀ ਪੈਣੀ ਹੈ ਪੁਰਾਣਾ ਸਾਰਾ ਡਿਲੀਟ ਕਰਨਾ ਪੈਣਾ ਹਾਰਡ ਡਿਸਕ ਦੀ ਪਾਰਟੀਸ਼ਨਸ ਰਿਮੂਵ ਕਰਨੀਆਂ ਪੈਣੀਆਂ ਤਾਂ ਜਾ ਕੇ ਅਸੀਂ ਦੁਬਾਰਾ ਇੰਸਟਾਲ ਕਰ ਸਕਦੇ ਹਾਂ ਬਟ ਇੱਕ ਵਾਰੀ ਜੋ ਨਵਾਂ ਇੱਕ ਵਾਰੀ ਜੋ ਅਪਗ੍ਰੇਡਡ ਸਰਵਰ ਇੰਸਟਾਲ ਹੋ ਗਿਆ ਜੇ ਉਸੇ ਤੇ ਮੈਂ ਦੁਬਾਰਾ ਪੁਰਾਣੇ ਵਰਜ਼ਨ ਤੇ ਜਾਣਾ ਚਾਹਾਂ ਪੁਰਾਣਾ ਵਰਜ਼ਨ ਇੰਸਟਾਲ ਕਰਨਾ ਚਾਹਾਂ ਉਹ ਨਹੀਂ ਹੋਊਗਾ ਉਹਦੇ ਵਾਸਤੇ ਮੈਨੂੰ ਕਲੀਨ ਇੰਸਟਾਲੇਸ਼ਨ ਹੀ ਕਰਨੀ ਪੈਣੀ ਸਾਰੇ ਸਟੈਪਸ शुरू तो परफॉर्म करने पैने पार्टीशंस भी दोबारा करनी पैनी है सो ये सीगा 2016 सर्वर इंस्टॉलेशन साडी कंप्लीट है जी इत्थे सिर्फ सर्वर इंस्टॉलेशन मैं दोबारा बार कह रहा साडा स्टैप हजे हैगा आ कि सर्वर नूं असीं कन्फिगर करना आ वो किद्दां करना आ ये कन्फिगरेशन असीं डिस्कस करांगे पार्ट 2 विच जिहड़ा नैक्सट लैक्चर विच असीं कवर अप करांगे ठीक है जी कंप्लीट है इत्थे तक Yes, sir.